ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਪਹਿਲਾ। ਛੰਤ ਘਰ ਦੂਜਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਸਾ ਰਾਗ ਵਿੱਚ ਅਕਾਲ ਪੁਰਖ ਦੇ ਸਨਮੁਖ ਅਸਤੋਤਰ ਉਸਤਤ ਰੂਪ ਸ਼ੰਤ ਜਸ ਰੂਪ ਸ਼ੰਤ ਕਾਵ ਤੇ ਸੰਗੀਤ ਨੂੰ ਮਿਲਾ ਕਰਕੇ ਘਰ ਦੂਜਾ ਦੂਸਰੇ ਸੁਰ ਤਾਲ ਵਿੱਚ ਇਹ ਸ਼ਬਦ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਹੈ, ਓੰਕਾਰ ਕਹੀਏ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰ ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਤੂੰ ਸਭਨੀ ਥਾਈ ਜਿੱਥੈ ਹਉ ਜਾਈ, ਸਾਚਾ ਸਿਰਜਣਹਾਰ ਜੀਉ। ਹੇ ਸੱਚੇ ਸਿਰਜਣਹਾਰ ਰਚਨਹਾਰ ਪਰਮੇਸ਼ਰ ਜੀ, ਜਿੱਥੇ ਵੀ ਅਸੀਂ ਜਾਂਦੇ ਹਾਂ ਤੂੰ ਉਹਨਾਂ ਸਾਰਿਆਂ ਥਾਵਾਂ ਵਿੱਚ ਵਿਆਪਕ ਹੈ। ਸਭਨਾ ਕਾ ਦਾਤਾ ਕਰਮ ਵਿਧਾਤਾ, ਦੁਖ ਵਿਸਾਰਣਹਾਰ ਜੀਉ। ਤੂੰ ਸਾਰਿਆਂ ਦਾ ਦਾਤਾ ਹੈ, ਕਰਮ ਵਿਧਾਤਾ, ਫਲ ਵਰਦਾਤਾ ਹੈ, ਭਾਵ ਕਰਮਾਂ ਅਨੁਸਾਰ ਫਲ ਦੇਣ ਵਾਲਾ ਹੈ, ਅਤੇ ਦੁੱਖਾਂ ਨੂੰ ਵਿਸਰਜਨ ਵਾਲਾ, ਭਾਵ ਵਿਸਾਰਣਹਾਰ, ਦੁੱਖਾਂ ਨੂੰ ਵਿਦਾ ਕਰਨ ਵਾਲਾ ਹੈ। ਦੁਖ ਵਿਸਾਰਣਹਾਰ ਸੁਆਮੀ, ਕੀਤਾ ਜਾ ਕਾ ਹੋਵੈ। ਹੇ ਸੁਆਮੀ ਮਾਲਕ ਪ੍ਰਭੂ, ਤੂੰ ਸਾਰਿਆਂ ਦੇ ਦੁੱਖਾਂ ਨੂੰ ਵਿਸਰਜਨ ਕਰਨ ਵਾਲਾ ਹੈ, ਜਿਸ ਆਪ ਜੀ ਦਾ ਕੀਤਾ ਹੋਇਆ ਸਾਰਾ ਪਸਾਰਾ ਹੋ ਰਿਹਾ। ਕੋਟ ਕੋਟ ਅੰਤਰ ਪਾਪਾਂ ਘੇਰੇ, ਏਕ ਘੜੀ ਮਹਿ ਖੋਵੈ। ਹੇ ਪਰਮੇਸ਼ਰ, ਤੂੰ ਕਰੋੜਾਂ ਜੀਵਾਂ ਦੇ ਕਰੋੜਾਂ ਹੀ ਕੁਟੰਤਰ, ਕਰੋੜਾਂ ਪਾਪ ਜਨਮਾਂ ਜਨਮਾਤਰਾਂ ਦੇ ਪਾਪਾਂ ਗੁਨਾਹਾਂ ਨੂੰ, ਅਨੰਤ ਮਨ ਦੇ ਪਾਪਾਂ ਨੂੰ, ਕੋਟ ਅੰਤਰ ਕੋਟ ਕਰੋੜਾਂ ਜਨਮਾਂ ਦੇ ਅੰਦਰ ਕੀਤੇ ਹੋਏ ਪਾਪਾਂ ਦੇ ਕੋਟ ਕਿਲਿਆਂ ਨੂੰ ਇੱਕ ਘੜੀ ਵਿੱਚ ਹੀ ਖੋਵੈ, ਨਾਸ਼ ਕਰ ਦਿੰਦਾ ਹੈ। ਹੰਸ ਸੇ ਹੰਸਾ, ਬੱਗ ਸੇ ਬੱਗਾ, ਘਟ ਘਟ ਕਰੇ ਵਿਚਾਰ ਜੀਉ। ਹਾਂ, ਜਿਹੜੇ ਬਗਲਿਆਂ ਤੋਂ ਬੱਗਾ, ਬਗਲੇ ਭਾਵ ਪਖੰਡੀ ਅਤੇ ਪਾਪੀ ਸੀ, ਉਹਨਾਂ ਨੂੰ ਹੰਸਾਂ ਤੋਂ ਰਾਜ ਹੰਸ ਭਾਵ ਸੱਤ ਅਸੱਤ ਦਾ ਨਿਰਣਾ ਕਰਨ ਵਾਲੇ ਬਣਾ ਦਿੱਤਾ ਹੈ। ਜਿਹੜੇ ਬਗਲਿਆਂ ਦੀ ਨਿਆਈ ਉੱਪਰੋਂ ਚਿੱਟਾ ਲਿਬਾਸ ਧਾਰਨ ਕਰਕੇ ਅੰਦਰੋਂ ਲੋਕਾਂ ਨਾਲ ਛਲ ਫਰੇਬ ਕਰਦੇ ਸਨ, ਉਹਨਾਂ ਨੂੰ ਹੰਸ ਤੱਤ ਮਿਥਿਆ ਦਾ ਵਿਵੇਚਨ ਕਰਨ ਵਾਲੇ ਵਿਵੇਕੀ ਹੰਸਾ ਕਹੀਏ ਪਰਮ ਹੰਸ ਬਣਾ ਦਿੱਤਾ ਹੈ। ਸੋ ਘਟ ਘਟ ਘਟਾਂ ਘਟਾਂ ਵਿੱਚ ਵਿਆਪਕ ਪਰਮੇਸ਼ਰ ਜੀ ਆਪ ਹੀ ਬਗਲਿਆਂ ਤੋਂ ਬਗਲਿਆਂ ਨੂੰ, ਹੰਸਾਂ ਤੋਂ ਹੰਸ ਭਾਵ ਪਰਮ ਹੰਸ ਬਣਾਉਣ ਦਾ ਵਿਚਾਰ ਕਹੀਏ ਨਿਰਣਾ ਕਰ ਰਿਹਾ ਹੈ। ਤੂੰ ਸਭਨੀ ਥਾਈ ਜਿੱਥੈ ਹਉ ਜਾਈ, ਸਾਚਾ ਸਿਰਜਣਹਾਰ ਜੀਉ। ਹੇ ਸਾਚਾ ਸੱਚੇ ਜਗਤ ਨੂੰ ਸਿਰਜਣਹਾਰ ਰਚਣ ਵਾਲੇ ਪਰਮੇਸ਼ਰ ਜੀ, ਜਿੱਥੇ ਜਿੱਥੇ ਅਸੀਂ ਜਾਈਏ ਉੱਥੇ ਹੀ ਤੂੰ ਸਾਰਿਆਂ ਥਾਵਾਂ ਵਿੱਚ ਵਿਆਪਕ ਹੈ। ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ, ਤੇ ਵਿਰਲੇ ਸੰਸਾਰ ਜੀਉ। ਜਿਨ੍ਹਾਂ ਨੇ ਇੱਕ ਮਨ ਚਿੱਤ ਇਕਾਗਰ ਹੋ ਕਰਕੇ ਧਿਆਤਾ ਕਾਰ ਬਿਰਤੀ ਦੁਆਰਾ ਨਾਮ ਨੂੰ ਧਿਆਉਣਾ ਕੀਤਾ ਹੈ, ਉਹਨਾਂ ਨੇ ਆਤਮਕ ਸੁਖ ਆਨੰਦ ਨੂੰ ਪਾਉਣਾ ਕੀਤਾ ਹੈ। ਹੇ ਪਿਆਰੇ ਜੀ, ਉਹ ਸੰਸਾਰ ਸਮੁੰਦਰ ਜਗਤ ਵਿੱਚ ਵਿਰਲੇ ਥੋੜ੍ਹੇ ਹਨ, ਅਰਥਾਤ ਜਿਵੇਂ ਸੂਰਜ ਲੁਕਿਆ ਛਿਪਿਆ ਨਹੀਂ ਰਹਿੰਦਾ, ਜਦੋਂ ਪ੍ਰਗਟ ਹੁੰਦਾ ਹੈ ਤਾਂ ਰਾਤ ਮਿਟ ਜਾਂਦੀ ਹੈ, ਇਉਂ ਗੁਰਮੁਖ ਜਨ ਸੂਰਜ ਵਾਂਗੂ ਚਮਕੀਲੇ ਜੀਵਨ ਵਾਲੇ ਵਿਰਲੇ ਹੀ ਹੁੰਦੇ ਆ। ਉਹ ਸੰਸਾਰ ਵਿੱਚ ਸਦਾ ਸੁਤੰਤਰ ਹਨ। ਤਿਨ ਜਮ ਨੀੜ ਨ ਆਵੈ, ਗੁਰ ਸ਼ਬਦ ਕਮਾਵੈ, ਕਬਹੁ ਨ ਆਵੈ ਹਾਰ ਜੀਉ। ਜੋ ਗੁਰ ਸ਼ਬਦ ਉਪਦੇਸ਼ ਨੂੰ ਕਮਾਉਂਦੇ ਹਨ, ਉਹਨਾਂ ਦੇ ਜਮਦੂਤ ਨੇੜੇ ਨਜ਼ਦੀਕ ਨਹੀਂ ਆਉਂਦਾ, ਅਤੇ ਉਹਨਾਂ ਨੂੰ ਕਦੇ ਵੀ ਸੰਸਾਰ ਦੇ ਵਿਸ਼ਿਆਂ ਵਿੱਚ ਹਾਰ ਨਹੀਂ ਆਉਂਦੀ। ਤੇ ਕਬਹੁ ਨ ਹਾਰੈ, ਹਰ ਹਰ ਗੁਣ ਸਾਰੈ, ਤਿਨ ਜਮ ਨੇੜ ਨ ਆਵੈ। ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ
ਸਾਰਹਿ ਕਹੀਏ ਸੰਭਾਲਦੇ ਉਚਾਰਦੇ ਹਨ। ਉਹ ਪੁਰਖ ਕਦੇ ਵੀ ਮਨੁੱਖਾ ਜਨਮ ਵਿਸ਼ਿਆਂ ਵਿੱਚ ਨਹੀਂ ਹਾਰਦੇ, ਬਲਕਿ ਉਹਨਾਂ ਦੇ ਜਮਦੂਤ ਵੀ ਨੇੜੇ ਨਜ਼ਦੀਕ ਨਹੀਂ ਆਉਂਦਾ। ਜੰਮਣ ਮਰਨ ਤਿਨਾ ਕਾ ਚੂਕਾ, ਜੋ ਹਰ ਲਾਗੇ ਪਾਵੈ। ਜਿਹੜੇ ਹਰੀ ਪਰਮੇਸ਼ਰ ਦੇ ਪ੍ਰੇਮ ਰੂਪੀ ਪਾਵੈ ਚਰਨਾਂ ਦੇ ਨਾਲ ਲੱਗੇ ਹਨ, ਉਹਨਾਂ ਦਾ ਜੰਮਣ ਮਰਨ ਰੂਪ ਦੁੱਖ ਚੂਕਾ ਚੁੱਕਿਆ ਗਿਆ, ਖਤਮ ਹੋ ਗਿਆ। ਗੁਰਮਤਿ ਹਰ ਰਸ ਹਰ ਫਲ ਪਾਇਆ, ਹਰ ਹਰ ਨਾਮ ਉਰ ਧਾਰ ਜੀਉ। ਹੇ ਪਿਆਰੇ ਜੀ, ਜਿਨ੍ਹਾਂ ਨੇ ਗੁਰਾਂ ਦੀ ਸਿੱਖਿਆ ਦੁਆਰਾ ਵਾਹਿਗੁਰੂ ਦੇ ਰਸ ਪ੍ਰੇਮ ਨੂੰ ਪਾਇਆ ਹੈ, ਉਹਨਾਂ ਨੇ ਹੀ ਹਰ ਪਰਮੇਸ਼ਰ ਦੀ ਪ੍ਰਾਪਤੀ ਗਿਆਨ ਰੂਪੀ ਫਲ ਨੂੰ ਪ੍ਰਾਪਤ ਕੀਤਾ ਹੈ ਅਤੇ ਉਹਨਾਂ ਨੇ ਜੀਵਨ ਦੇ ਆਨੰਦ ਵਾਸਤੇ ਹਰ ਵਕਤ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਦੇ ਅੰਮ੍ਰਿਤ ਨਾਮ ਨੂੰ ਔਰ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਹੋਇਆ। ਜਿਨ ਇੱਕ ਮਨ ਧਿਆਇਆ, ਤਿਨ ਸੁਖ ਪਾਇਆ, ਤੇ ਵਿਰਲੇ ਸੰਸਾਰ ਜੀਉ। ਸਤਿਗੁਰੂ ਜੀ ਫਰਮਾਉਂਦੇ, ਜਿਨ੍ਹਾਂ ਨੇ ਇੱਕ ਮਨ ਚਿੱਤ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਉਹਨਾਂ ਨੇ ਸਤ ਚਿੱਤ ਆਨੰਦ ਸਰੂਪ ਪਰਮੇਸ਼ਰ ਦੇ ਸੁੱਖ ਨੂੰ ਪਾ ਲਿਆ ਹੈ। ਉਹ ਸੰਸਾਰ ਜਗਤ ਵਿੱਚ ਵਿਰਲੇ ਟਾਵੇਂ ਹੀ ਹਨ। ਇੱਕ ਅੱਧ ਨਾਏ ਰਸੀਅੜਾ ਕਾ ਵਿਰਲੀ ਜਾਏ ਬੁੱਠੀ। ਜਿਨ ਜਗਤ ਉਪਾਇਆ, ਧੰਦੈ ਲਾਇਆ, ਤਿਸੈ ਵਿਟਹੁ ਕੁਰਬਾਨ ਜੀਉ। ਜਿਸ ਪਰਮੇਸ਼ਰ ਨੇ ਸਾਰਾ ਜਗਤ ਸੰਸਾਰ ਪੈਦਾ ਕਰਕੇ ਜੀਵਾਂ ਦੀ ਆਪਣੀ ਆਪਣੀ ਵਾਸ਼ਨਾ ਅਨੁਸਾਰ ਧੰਦਿਆਂ ਵਿੱਚ ਕੰਮਾਂ ਕਾਰਾਂ ਵਿੱਚ ਲਾਇਆ, ਹੇ ਪਿਆਰੇ ਜੀ, ਉਸ ਵਾਹਿਗੁਰੂ ਉੱਪਰੋਂ ਅਸੀਂ ਕੁਰਬਾਨ ਬਲਿਹਾਰ ਜਾਂਦੇ ਹਾਂ। ਇਸੇ ਕਰਕੇ ਤਾ ਕੀ ਸੇਵਕ ਰੀਜੈ, ਲਾਹਾ ਲੀਜੈ, ਹਰ ਦਰਗਹਿ ਪਾਈਐ ਮਾਨ ਜੀਉ। ਉਸ ਵਾਹਿਗੁਰੂ ਦੀ ਭਗਤੀ ਕਰਨ ਰੂਪ ਸੇਵ ਟਹਿਲ ਕਰੀਏ, ਨਾਮ ਜਪਣ ਤੇ ਜਪਾਉਣ ਰੂਪ ਜੀਵਨ ਦਾ ਲਾਭ ਲੈਣਾ ਕਰੀਏ। ਇਉਂ ਪਰਮੇਸ਼ਰ ਦੇ ਸੱਚਖੰਡ ਰੂਪੀ ਦਰਬਾਰ ਵਿੱਚ ਮਾਣ ਸਤਿਕਾਰ ਪਾਈਦਾ ਹੈ ਜੀ। ਉਸ ਦੀ ਤੁਰਿਆ ਪਦ ਸਰੂਪ ਰੂਪੀ ਦਰਗਾਹ, ਜਗ੍ਹਾ ਦਰ ਗਹਿ ਕਹੀਏ, ਜਗ੍ਹਾ ਦਰ ਕਹੀਏ, ਅੰਦਰ ਮਾਣ ਮੰਨਣ ਗਿਆਨ ਦਾ ਪਾਉਣਾ ਕਰੀਦਾ ਹੈ ਜੀ। ਹਰ ਦਰਗਹਿ ਮਾਨ ਸੋਈ, ਜਨ ਪਾਵੈ ਜੋ ਨਰ ਏਕ ਪਛਾਣੈ। ਹਰੀ ਪਰਮੇਸ਼ਰ ਦੇ ਦਰਗਹਿ ਨਿਆਏ ਸਭਾ ਸੱਚਖੰਡ ਸਤਸੰਗਤ ਰੂਪੀ ਦਰਬਾਰ ਵਿੱਚ ਮੰਨਣ ਰੂਪ ਗਿਆਨ ਜਾਂ ਸਤਿਕਾਰ ਨੂੰ ਉਹੀ ਜਨ ਪੁਰਖ ਪਾਉਂਦਾ ਹੈ, ਜੋ ਨਰ ਪੁਰਖ ਏਕ ਅਦਵੈਤ ਸਰੂਪ ਪਰਮੇਸ਼ਰ ਦੀ ਪਹਿਚਾਣ ਕਰਦਾ ਹੈ। ਓਹ ਨਵ ਨਿਧ ਪਾਵੈ, ਗੁਰਮਤਿ ਹਰ ਧਿਆਵੈ, ਨਿਤ ਹਰ ਗੁਣ ਆਖ ਵਖਾਣੈ। ਜੋ ਗੁਰਾਂ ਦੀ ਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹੈ, ਉਹ ਪੁਰਸ਼ 9 ਨਿਧੀਆਂ ਨੂੰ ਪਾ ਲੈਂਦਾ, ਨਵਦਾ ਭਗਤੀ ਰੂਪ 9 ਨਿਧੀਆਂ ਨੂੰ ਪਾ ਲੈਂਦਾ ਹੈ ਤੇ ਉਹ ਵਾਹਿਗੁਰੂ ਦੇ ਸ਼ੁਭ ਗੁਣਾਂ ਨੂੰ ਮੁੱਖ ਦੁਆਰਾ ਆਖ ਕਹਿ ਕੇ ਵਖਾਣੈ ਕਥਨ ਕਰਦਾ ਤੇ ਦੂਸਰਿਆਂ ਤੋਂ ਕਥਨ ਕਰਵਾਉਂਦਾ ਹੈ। ਅਹਨਿਸ ਨਾਮ ਤਿਸੈ ਕਾ ਲੀਜੈ, ਹਰ ਊਤਮ ਪੁਰਖ ਪ੍ਰਧਾਨ ਜੀਉ। ਉਸ ਪਰਮੇਸ਼ਰ ਦਾ ਅਹਨਿਸ ਰਾਤ ਦਿਨ ਨਾਮ ਲੈਣਾ ਚਾਹੀਦਾ ਹੈ, ਜੋ ਪੁਰਖ ਪੂਰਨ ਹਰ ਵਾਹਿਗੁਰੂ ਜੀ ਸਾਰਿਆਂ ਤੋਂ ਊਤਮ ਸ੍ਰੇਸ਼ਟ ਤੇ ਪ੍ਰਧਾਨ ਮੁਖੀ ਹੈ। ਜਿਨ ਜਗਤ ਉਪਾਇਆ, ਧੰਦੈ ਲਾਇਆ, ਹਰ ਤਿਸੈ ਵਿਟਹੁ ਕੁਰਬਾਨ ਜੀਉ। ਜਿਸ ਵਾਹਿਗੁਰੂ ਨੇ ਸੰਸਾਰ ਨੂੰ ਪੈਦਾ ਕੀਤਾ ਹੈ, ਜਿਹੋ ਜਿਹੀ ਕਿਸੇ ਜੀਵ ਦੀ ਵਾਸ਼ਨਾ ਉਹੋ ਜਿਹੀ ਪ੍ਰਵਿਰਤੀ ਕਰਕੇ ਧੰਦਿਆਂ ਵਿੱਚ ਲਾਉਣਾ ਕੀਤਾ ਹੈ, ਅਸੀਂ ਉਸ ਵਾਹਿਗੁਰੂ ਦੇ ਉੱਪਰੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਨਾਮ ਲੈਨ ਸੇ ਸੁਖ ਹੈ, ਤਿਨ ਸੁਖ ਫਲ ਹੋਵੈ ਹੈ, ਮਾਨਹਿ ਸੇ ਜਿਣ ਜਾਹੇ ਜੀਉ। ਜਿਹੜੇ ਪਰਮੇਸ਼ਰ ਦੇ ਨਾਮ ਨੂੰ ਲੈਂਦੇ ਹਨ, ਉਹ ਸੰਸਾਰ ਵਿੱਚ ਸ਼ੋਭਨੀਕ ਹੋਏ ਹਨ ਤੇ ਹੁੰਦੇ ਹਨ। ਉਹਨਾਂ ਨੂੰ ਸੁਖ ਆਨੰਦ ਰੂਪੀ ਫਲ ਪ੍ਰਾਪਤ ਹੁੰਦਾ ਹੈ। ਹੇ ਪਿਆਰੇ ਜੀ, ਜੋ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਦੇ ਹਨ, ਉਹ ਜਗਤ ਤੋਂ ਕਾਮ ਕ੍ਰੋਧ ਆਦਿਕਾਂ ਨੂੰ ਮਨੁੱਖਾ ਜਨਮ ਨੂੰ ਜਿਣ ਜਿੱਤ ਕੇ ਜਾਂਦੇ ਹਨ। ਤਿਨ ਫਲ ਤੋਟ ਨ ਆਵੈ, ਜਾ ਤਿਸ ਭਾਵੈ, ਜੇ ਜੁਗ ਕੀਤੇ ਜਾਹੇ ਜੀਉ। ਜੇਕਰ ਕਿਤਨੇ ਵੀ ਯੁੱਗ ਬੀਤ ਜਾਣ, ਉਹਨਾਂ ਨੂੰ ਗਿਆਨ ਫਲ ਦਾ ਘਾਟਾ ਨਹੀਂ ਆਉਂਦਾ।
ਪਰ ਇਹ ਪ੍ਰਾਪਤ ਤਾਂ ਹੁੰਦਾ ਹੈ ਜਦੋਂ ਉਸ ਪਰਮੇਸ਼ਰ ਨੂੰ ਭਾ ਜਾਂਦੇ ਹਨ। ਹੇ ਪਿਆਰੇ ਜੀ, ਆਰੀਆ ਸਮਾਜ ਦੇ ਸਤਿਆਰਥ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਜੀਵ ਈਸ਼ਰ ਵਿੱਚ 3.5 ਕਰੋੜ ਸਾਲ ਮਿਲਿਆ ਰਹਿੰਦਾ, ਫਿਰ ਵਿਛੜ ਜਾਂਦਾ ਹੈ। ਪਰੰਤੂ ਗੁਰਮਤਿ ਅਨੁਸਾਰ ਉਹਨਾਂ ਗੁਰਮੁਖ ਜਨਾਂ ਨੂੰ ਕਿਸੇ ਪ੍ਰਕਾਰ ਆਨੰਦ ਦੀ ਤੋਟ ਘਾਟਾ ਨਹੀਂ ਆਉਂਦਾ। ਜੇ ਜੁਗ ਕੇਤੇ ਜਾਹੇ ਸੁਆਮੀ, ਤਿਨ ਫਲ ਤੋਟ ਨ ਆਵੈ। ਹੇ ਸੁਆਮੀ ਮਾਲਕ, ਜੇਕਰ ਕਿਤਨੇ ਹੀ ਯੁੱਗ ਚਲੇ ਜਾਣ, ਉਹਨਾਂ ਗੁਰਮੁਖ ਜਨਾਂ ਨੂੰ ਗਿਆਨ ਰੂਪੀ ਜਾਂ ਆਤਮਾ ਆਨੰਦ ਰੂਪੀ ਫਲ ਦਾ ਤੋਟਾ ਘਾਟਾ ਨਹੀਂ ਆਉਂਦਾ। ਤਿਨ ਜਰਾ ਨ ਮਰਣਾ, ਨਰਕ ਨ ਪਰਣਾ, ਜੋ ਹਰ ਨਾਮ ਧਿਆਵੈ। ਜਿਹੜੇ ਹਰੀ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ, ਉਹਨਾਂ ਨੂੰ ਬੁਢੇਪਾ ਤੇ ਮਰਨ ਦਾ ਦੁੱਖ ਨਹੀਂ ਆਉਂਦਾ। ਜਿਹੜਾ ਉਹਨਾਂ ਨੂੰ ਗਿਆਨ ਫਲ ਪ੍ਰਾਪਤ ਹੋਇਆ, ਉਸ ਅਵਸਥਾ ਵਿੱਚ ਨਾ ਬੁਢੇਪੇ ਦਾ ਦੁੱਖ ਪ੍ਰਤੀਤ ਹੁੰਦਾ, ਨਾ ਮਰਨ ਦਾ ਖੌਫ ਪ੍ਰਤੀਤ ਹੁੰਦਾ, ਅਤੇ ਨਾ ਹੀ ਉਹਨਾਂ ਦਾ ਨਰਕਾਂ ਵਿੱਚ ਪੈਣਾ ਹੁੰਦਾ। ਹਰ ਹਰ ਕਰਹਿ ਸੇ ਸੂਕਹਿ ਨਾਹੀ, ਨਾਨਕ ਪੀੜ ਨ ਖਾਹੇ ਜੀਉ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਿਆਰੇ ਜੀ, ਜਿਹੜੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰਦੇ ਹਨ, ਉਹ ਸੋਗ ਵਿੱਚ ਪੈ ਕੇ ਸੁੱਕਦੇ ਨਹੀਂ, ਤੇ ਨਾ ਹੀ ਉਹਨਾਂ ਨੂੰ ਦੁਨੀਆ ਦੀ ਜੰਮਣ ਮਰਨ ਰੂਪ ਪੀੜਾ ਦਰਦ ਖਾਂਦੀ ਹੈ। ਨਾਮ ਲੈਨ ਸੇ ਸੁਹ ਹੈ, ਤਿਨ ਸੁਖ ਫਲ ਹੋਵੈ ਹੈ। ਮਾਨਹਿ ਸੇ ਜਿਨ ਜਾਹੇ ਜੀਉ। ਜਿਹੜੇ ਪਰਮੇਸ਼ਰ ਦਾ ਨਾਮ ਲੈਂਦੇ ਹਨ, ਜਪਦੇ ਹਨ, ਉਹ ਸਦਾ ਹੀ ਸ਼ੋਭਨੀਕ ਹੁੰਦੇ ਆ ਤੇ ਹੋ ਰਹੇ ਆ। ਉਹਨਾਂ ਨੂੰ ਆਤਮ ਆਨੰਦ ਰੂਪੀ ਸੁਖ ਫਲ ਪ੍ਰਾਪਤ ਹੁੰਦਾ ਹੈ। ਹੇ ਪਿਆਰੇ ਜੀ, ਜਿਹੜੇ ਪਰਮੇਸ਼ਰ ਦਾ ਨਾਮ ਮੰਨਦੇ ਹਨ, ਉਹ ਤਾਂ ਸਾਰੇ ਸੰਸਾਰ ਨੂੰ ਜਿਣ ਕਹੀਏ ਜਿੱਤ ਕੇ ਜਾਂਦੇ ਹਨ। ਇਕ ਓੰਕਾਰ ਸਤਿਗੁਰ ਪ੍ਰਸਾਦ, ਆਸਾ ਮਹੱਲਾ ਪਹਿਲਾ, ਛੰਤ ਘਰ ਤੀਜਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਹਰ ਉਜਾੜ ਵਿੱਚ ਬੈਠੇ ਸਨ। ਉੱਥੇ ਬੈਠਿਆਂ ਸਤਿਗੁਰਾਂ ਨੇ ਇੱਕ ਹਿਰਨ ਨੂੰ ਹਰੀ ਖੇਤੀ ਵਿੱਚ ਵੜਿਆ ਦੇਖਿਆ, ਜੋ ਬਹੁਤ ਸੁੰਦਰ ਸਰੂਪ ਵਾਲਾ ਸੀ, ਜੋ ਫਸਲ ਖਾਣ ਦੇ ਲਾਲਚ ਵਿੱਚ ਪ੍ਰੀਤਵਾਨ ਹੋ ਰਿਹਾ ਸੀ। ਉਸ ਨੂੰ ਸ਼ਿਕਾਰੀ ਨੇ ਪਕੜ ਕੇ ਮਾਰ ਦਿੱਤਾ। ਉਸ ਪ੍ਰਤੀ ਮੁੱਢਲੀ ਪੰਕਤੀ ਵਿੱਚ ਆਪਣੇ ਮਨ ਨੂੰ ਮੁਖਾਤਬ ਕਰਕੇ ਜੀਵ ਨੂੰ ਘਰ ਤੀਸਰੇ ਸੁਰਤਾਲ ਵਿੱਚ ਜਸ ਰੂਪ ਸ਼ੰਤ ਰੂਪ ਬਾਣੀ ਦੁਆਰਾ ਉਪਦੇਸ਼ ਦਿੰਦੇ ਹਨ। ਮੰਗਲ ਕਰਦੇ ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਤੂੰ ਸੁਣ ਹਰਣਾ ਕਾਲਿਆ, ਕੀ ਵਾੜੀਐ ਰਾਤਾ ਰਾਮ। ਹੇ ਰਾਮ, ਪਰਮੇਸ਼ਰ ਦੇ ਪੈਦਾ ਕੀਤੇ ਸੁੰਦਰ ਕਾਲੇ ਰੰਗ ਵਾਲੇ ਹਿਰਨਾ, ਸੁਣਨਾ ਕਰ, ਤੂੰ ਕੀ ਹਰੀ ਵਾੜੀਐ ਬਗੀਚੀ ਭਾਵ ਫਸਲ ਖਾਣ ਵਿੱਚ ਰੰਗਿਆ ਹੋਇਆ। ਹੇ ਰਾਮ, ਪਰਮੇਸ਼ਰ ਦੇ ਪੈਦਾ ਕੀਤੇ ਪਾਪਾਂ ਕਰਕੇ ਕਾਲੇ ਤੇ ਕਾਮ ਦੇ ਸ਼ਿੰਗਾਰਾਂ ਕਰਕੇ ਸੁੰਦਰ ਮਨ ਰੂਪੀ ਹਿਰਨਾ, ਸੁਣਨਾ ਕਰ, ਤੂੰ ਕੀ ਵਿਸ਼ਿਆਂ ਰੂਪੀ ਹਰੀ ਵਾੜੀਐ ਬਗੀਚੀ ਵਿੱਚ ਰੰਗਿਆ ਹੋਇਆ। ਰਾਮ, ਪਰਮੇਸ਼ਰ ਨੂੰ ਭੁੱਲ ਕੇ ਤੂੰ ਕੀ ਵਿਸ਼ਿਆਂ ਰੂਪੀ ਬਗੀਚੀ ਵਿੱਚ ਰੱਤਾ ਹੋਇਆ ਹੈ। ਬਿਖ ਫਲ ਮੀਠਾ 4 ਦਿਨ, ਫਿਰ ਹੋਵੈ ਤਾਤਾ ਰਾਮ। ਹੇ ਰਾਮ, ਪਰਮੇਸ਼ਰ ਦੇ ਪਿਆਰੇ, ਇਹ ਬਿਖ ਵੇਹੋ ਰੂਪੀ ਵਿਸ਼ਿਆਂ ਦਾ ਫਲ ਮਿੱਠੇ ਤੇਲੀਏ ਦੀ ਨਿਆਈ ਤੈਨੂੰ 4 ਦਿਨ ਭਾਵ ਥੋੜ੍ਹੇ ਦਿਨ ਹੀ ਮਿੱਠਾ ਪਿਆਰਾ ਲੱਗੇਗਾ, ਫਿਰ ਮੁੜ ਕੇ ਅੰਤ ਨੂੰ ਤਾਤਾ ਤੱਤਾ ਤਪਾਉਣ ਵਾਲਾ ਭਾਵ ਦੁਖਦਾਇਕ ਹੋਵੇਗਾ। ਫਿਰ ਹੋਏ ਤਾਤਾ ਖਰਾ ਮਾਤਾ, ਨਾਮ ਬਿਨ ਪ੍ਰਤਾਪੈ। ਜਿਨ੍ਹਾਂ ਵਿਸ਼ਿਆਂ ਵਿੱਚ ਤੂੰ ਖਰਾ ਬਹੁਤਾ ਮਾਤਾ ਮਸਤ ਹੋ ਰਿਹਾ ਹੈ, ਫਿਰ ਮੁੜ ਕੇ ਅੰਤ ਦੇ ਵੇਲੇ ਉਹ ਤਾਤਾ ਤਪਾਉਣ ਵਾਲੇ ਦੁਖਦਾਈ ਹੋ ਜਾਣਗੇ, ਅਤੇ ਤੂੰ ਨਾਮ ਜਪੇ ਤੋਂ ਬਗੈਰ ਪ੍ਰਤਾਪੈ ਪਸ਼ਚਾਤਾਪ ਕਰਦਾ ਰਹੇਗਾ। ਪ੍ਰਤਾਪੈ ਭਾਵ ਪਰ ਵਿਸ਼ੇਸ਼ ਕਰਕੇ ਨਰਕ ਵਿੱਚ ਪੈ ਕੇ ਅੱਗ ਦੇ ਨਾਲ ਤਾਪੈ ਤਪਦਾ ਰਹੇਗਾ। ਓਹ ਜੇਵ ਸਾਇਰ ਦੇ ਲਹਿਰੀ, ਬਿਜਲ ਚਿਵੈ ਚਮਕਏ। ਜਿਵੇਂ ਸਾਇਰ ਸਮੁੰਦਰ ਲਹਿਰੀ ਲਹਿਰਾਂ ਦਿੰਦਾ ਹੈ, ਇਵੇਂ ਉਹ ਲਹੂ ਪਾਕ ਦੀ ਬੈਤਰਨੀ ਨਦੀ ਸਮੁੰਦਰ ਦੀ ਨਿਆਈ ਲਹਿਰਾਂ ਦੇ ਰਹੀ ਹੈ। ਅਤੇ ਜਿਵੇਂ ਬਿਜਲੀ ਚਮਕਦੀ ਹੈ,
ਇਵੇਂ ਅਸਪੱਤਰ ਬਣਦੇ ਬਿਜਲੀ ਵਾਂਗੂ ਲਿਸ਼ਕਦੇ ਹੋਏ ਤਿੱਖੇ ਪੱਤਿਆਂ ਦੇ ਵਿੱਚੋਂ ਤੈਨੂੰ ਦੁਖੀ ਕਰਕੇ ਲੰਘਾਇਆ ਜਾਵੇਗਾ। ਹਰ ਬਾਜ ਰਾਖਾ ਕੋਇ ਨਾਹੀ ਸੋਇ ਤੁਝੈ ਬਿਸਾਰਿਆ। ਹੇ ਪਿਆਰਿਆ, ਉੱਥੇ ਹਰੀ ਵਾਹਿਗੁਰੂ ਤੋਂ ਬਗੈਰ ਤੇਰਾ ਕੋਈ ਵੀ ਰੱਖਿਅਕ ਨਹੀਂ ਹੈ, ਤੇ ਤੂੰ ਸੋਏ ਉਹ ਵਾਹਿਗੁਰੂ ਨੂੰ ਦਿਲੋਂ ਭੁਲਾ ਹੀ ਦਿੱਤਾ। ਸੱਚ ਕਹਿ ਨਾਨਕ ਚੇਤ ਰੇ ਮਨ ਮਰਹਿ ਹਰਣਾ ਕਾਲਿਆ। ਗੁਰੂ ਸਾਹਿਬ ਜੀ ਕਥਨ ਕਰਦੇ ਹਨ, ਕਹਿ ਰਹੇ ਹਨ ਕਿ ਅਸੀਂ ਸੱਚੇ ਬਚਨ ਕਹਿ ਰਹੇ ਹਾਂ। ਹੇ ਮੇਰੇ ਪਿਆਰੇ ਮਨ, ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ, ਨਹੀਂ ਤਾਂ ਇਹ ਪਾਪਾਂ ਕਰਕੇ ਕਾਲੇ ਅਤੇ ਕਾਮ ਦੇ ਸ਼ਿੰਗਾਰੇ ਕਰਕੇ ਸੁੰਦਰ ਮਨ ਰੂਪੀ ਹਿਰਨਾ ਅੰਤ ਨੂੰ ਤੂੰ ਮਰ ਜਾਵੇਂਗਾ। ਭਵਰਾ ਫੂਲ ਭਵੰਤਿਆ ਦੁਖ ਅਤ ਭਾਰੀ ਰਾਮ। ਸੋ ਇਹਨਾਂ ਪੰਕਤੀਆਂ ਵਿੱਚ ਭੌਰੇ ਦੁਆਰਾ ਅਗਲੀਆਂ ਜੋ ਹੁਣ ਸ਼ਬਦ ਦੀਆਂ ਪੰਕਤੀਆਂ ਆਪਾਂ ਪੜ੍ਹੀਆਂ ਹਨ, ਇਹਨਾਂ ਵਿੱਚ ਆਪਣੇ ਮਨ ਨੂੰ ਮੁਖਾਤਬ ਕਰਕੇ ਜੀਵ ਨੂੰ ਉਪਦੇਸ਼ ਦਿੰਦੇ ਹਨ। ਭਵਰਾ ਫੂਲ ਭਵੰਤਿਆ ਦੁਖ ਅਤ ਭਾਰੀ ਰਾਮ। ਹੇ ਹਰੀ ਦੇ ਪੈਦਾ ਕੀਤੇ ਫੁੱਲਾਂ ਉੱਤੇ ਭੌਣ ਵਾਲਿਆ ਭਵਰਾ ਭੌਰਿਆ, ਤੈਨੂੰ ਇਹਨਾਂ ਫੁੱਲਾਂ ਦੀ ਸੁਗੰਧੀ ਵਿੱਚ ਫਸ ਕੇ ਅਤਿਅੰਤ ਭਾਵ ਬਹੁਤਾ ਭਾਰੀ ਵੱਡਾ ਦੁੱਖ ਕਸ਼ਟ ਹੋ ਰਿਹਾ। ਹੇ ਰਾਮ, ਪਰਮੇਸ਼ਰ ਦੇ ਪੈਦਾ ਕੀਤੇ ਹੋਏ ਮਨ ਰੂਪੀ ਭੌਰਿਆ, ਪਰਾਈਆਂ ਇਸਤਰੀਆਂ ਦੇ ਸਰੂਪ ਵੇਖਣ ਰੂਪ ਫੁੱਲਾਂ 'ਤੇ ਭੌਣ ਵਾਲਿਆ, ਤੈਨੂੰ ਜੰਮਣ ਮਰਨ ਦਾ ਅਤ ਬਹੁਤਾ ਭਾਰੀ ਵੱਡਾ ਕਸ਼ਟ ਹੋਵੇਗਾ। ਮੈਂ ਗੁਰ ਪੁੱਛਿਆ ਆਪਣਾ ਸਾਚਾ ਵਿਚਾਰੀ ਰਾਮ। ਅਸੀਂ ਤਾਂ ਆਪਣੇ ਗੁਰੂ ਅਕਾਲ ਪੁਰਖ ਪਾਸੋਂ ਰਾਮ ਰਮੇ ਹੋਏ ਵਾਹਿਗੁਰੂ ਦਾ ਵਿਚਾਰ ਹੀ ਪੁੱਛਣਾ ਕੀਤਾ ਹੈ। ਵਿਚਾਰ ਸਤਿਗੁਰ ਮੁਝੈ ਪੁੱਛਿਆ ਭਵਰ ਬੇਲੀ ਰਾਤੋ। ਮੈਨੂੰ ਭਾਵ ਅਸੀਂ ਵਿਚਾਰਵਾਨ ਸਤਿਗੁਰਾਂ ਪਾਸੋਂ ਪੁੱਛਿਆ ਕਿ ਮਨ ਰੂਪੀ ਭੌਰਾ ਵਿਛਿਆਂ ਦੇ ਪਰਾਇਣ ਹੋ ਕੇ ਪਰਾਈਆਂ ਇਸਤਰੀਆਂ ਰੂਪੀ ਬੇਲਾਂ ਫੁੱਲਾਂ ਵਿੱਚ ਰੰਗਿਆ ਹੋਇਆ, ਉਸ ਦੀ ਕੀ ਹਾਲਤ ਹੋਵੇਗੀ। ਤਾਂ ਗੁਰੂ ਸਾਹਿਬ ਜੀ ਉੱਤਰ ਵਿੱਚ ਸਮਝਾਉਂਦੇ ਹਨ, ਸੂਰਜ ਚੜ੍ਹਿਆ ਪਿੰਡ ਪੜਿਆ, ਸੂਰਜ ਚੜ੍ਹਿਆ ਪਿੰਡ ਪੜਿਆ ਤੇਲ ਤਾਵਣ ਤਾਤੋ। ਜਿਸ ਵੇਲੇ ਸੂਰਜ ਚੜ੍ਹਦਾ ਹੈ ਤਾਂ ਉਸ ਵਕਤ ਭੌਰੇ ਦਾ ਪਿੰਡ ਸਰੀਰ ਸੁਗੰਧੀ ਦਾ ਆਨੰਦ ਲੈਣ ਲਈ ਕਵਲ ਫੁੱਲ ਵਿੱਚ ਆ ਕੇ ਪੈਂਦਾ ਹੈ। ਜਦੋਂ ਦਿਨ ਬਤੀਤ ਹੋਣ 'ਤੇ ਛਿਪਦਾ ਹੈ ਤੇ ਚੰਦਰਮਾ ਉਦੈ ਹੋ ਜਾਂਦਾ ਹੈ, ਉਸ ਵੇਲੇ ਕਮਲ ਦਾ ਫੁੱਲ ਬੰਦ ਹੋ ਜਾਂਦਾ ਅਤੇ ਭੌਰਾ ਵਿੱਚ ਹੀ ਕੈਦੀ ਹੋ ਜਾਂਦਾ, ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਮਾਲੀ ਤਰੇਲੇ ਫੁੱਲਾਂ ਅਰਕ ਕੱਢਣ ਵਾਸਤੇ ਤੋੜ ਕੇ ਲੈ ਜਾਂਦਾ ਹੈ, ਜਾ ਕੇ ਤੇਲ ਦੇ ਕੜਾਹੇ ਵਿੱਚ ਪਾ ਦਿੰਦਾ, ਜਿਸ ਤੋਂ ਖੁਸ਼ਬੂਦਾਰ ਤੇਲ ਬਣਾਉਂਦਾ ਹੈ। ਤਾਵਣ ਤੌਣੇ ਵਿੱਚ ਤਾਤੋ ਤਪਾਉਣੇ ਕਰਕੇ ਭੌਰਾ ਬੜਾ ਦੁਖੀ ਹੁੰਦਾ ਹੈ। ਜਮ ਮਗ ਬਾਧਾ ਖਾਹੇ ਚੋਟਾਂ ਸ਼ਬਦ ਬਿਨ ਬੇਤਾਲਿਆ। ਗੁਰਾਂ ਦੇ ਸ਼ਬਦ ਉਪਦੇਸ਼ ਤੋਂ ਬਗੈਰ ਮਨ ਜੀਵ ਬੇਤਾਲਿਆ ਭੂਤਨਿਆਂ ਦੀ ਨਿਆਈ, ਪਰਮੇਸ਼ਰ ਦੇ ਤਾਲਿਆ ਸਰੂਪ ਤੋਂ ਬੇਰਹਿਤ ਹੋ ਕੇ ਦਵੈਤ ਵਿੱਚ ਲੱਗਾ ਹੋਇਆ, ਜਿਸ ਕਰਕੇ ਜਮ ਦੂਤਾਂ ਦੇ ਮਗ ਰਸਤੇ ਵਿੱਚ ਬਾਧਾ ਕਹੀਏ ਬੰਨਿਆ ਹੋਇਆ, ਜੰਮਣ ਮਰਨ ਦੇ ਮਗ ਰਸਤੇ ਵਿੱਚ ਪੈ ਕੇ ਚੋਟਾਂ ਸੱਟਾਂ ਹੀ ਖਾਵੇਗਾ। ਸੱਚ ਕਹਿ ਨਾਨਕ ਚੇਤ ਰੇ ਮਨ ਮਰਹਿ ਭਵਰਾ ਕਾਲਿਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਮਨਾ, ਅਸੀਂ ਸੱਚੀ ਗੱਲ ਕਹਿੰਦੇ ਹਾਂ ਕਿ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰਿਆ ਕਰ, ਨਹੀਂ ਤਾਂ ਪਾਪਾਂ ਕਰਕੇ ਕਾਲੇ ਮਨ ਵਾਲਿਆ ਜੀਵ ਰੂਪੀ ਭੌਰਿਆ ਪਰਾਏ ਰੂਪਾਂ ਨੂੰ ਤੱਕਦਾ ਅੰਤ ਨੂੰ ਮਰ ਜਾਵੇਂਗਾ। ਸਤਿਗੁਰੂ ਜੀ ਉਪਰੋਕਤ ਸਿਧਾਂਤ ਅਨੁਸਾਰ ਅਗਲਾ ਪਦ ਉਚਾਰਨ ਕਰਦੇ ਹਨ। ਜਦੋਂ ਆਪ ਜੀ ਨੇ ਇੱਕ ਮੱਛੀ ਨੂੰ ਤੱਕਿਆ ਕਿ ਕਿਵੇਂ ਲਾਲਚਵਸ ਹੋ ਕੇ ਝੀਵਰ ਦੇ ਫੰਦੇ ਵਿੱਚ ਫਸੀ ਹੋਈ ਆ, ਪ੍ਰਕਿਰਤੀ ਵਿੱਚ ਵਰਤ ਰਹੇ ਐਸੇ ਵਰਤਾਰੇ ਨੂੰ ਦ੍ਰਿਸ਼ਟਾਂਤ ਰੂਪ ਵਿੱਚ ਜੀਵ ਨੂੰ ਉਪਦੇਸ਼ ਦਿੰਦੇ ਹਨ। ਮੇਰੇ ਜੀਅੜਿਆ ਪਰਦੇਸੀਆ ਕਿਤ ਪਵਹਿ ਜੰਜਾਲੇ ਰਾਮ। ਹੇ ਮੇਰੇ ਜੀਅੜਿਆ ਜੀਵ ਪਰਦੇਸੀ ਪਰਾਏ ਦੇਸ ਅਨਾਤਮ ਦੇਸ ਭਾਵ ਸੰਸਾਰ ਰੂਪੀ ਪਰਾਏ ਦੇਸ਼ ਵਿੱਚ ਰਹਿਣ ਵਾਲਿਆ, ਤੂੰ ਰਾਮ ਪਰਮੇਸ਼ਰ ਨੂੰ ਭੁੱਲ ਕੇ ਕਿਸ ਵਾਸਤੇ ਜੰਜਾਲੇ ਸੰਸਾਰਕ ਬੰਧਨਾਂ ਵਿੱਚ ਪੈ ਗਿਆ ਹੈ। ਸਾਚਾ ਸਾਹਿਬ ਮਨ ਵਸੈ ਕੀ ਫਾਸਹਿ ਜਮ ਜਾਲੇ ਰਾਮ।
ਹੇ ਰਾਮ ਪਰਮੇਸ਼ਰ ਦੇ ਪਿਆਰਿਆ, ਜੇ ਸੱਚਾ ਸਾਹਿਬ ਮਾਲਕ ਪਰਮੇਸ਼ਰ ਤੇਰੇ ਮਨ ਹਿਰਦੇ ਵਿੱਚ ਵਸ ਜਾਵੇ ਤਾਂ ਫਿਰ ਤੂੰ ਕੀ ਜਮਜਾਲੇ ਜਮਾਂ ਦੇ ਜਾਲ ਵਿੱਚ ਫਸੇਗਾ, ਭਾਵ ਨਹੀਂ ਫਸੇਗਾ। ਮਛਲੀ ਵਚੁੰਨੀ ਨੈਣ ਰੁੰਨੀ ਜਾਲ ਬਦਕ ਪਾਇਆ। ਜਦੋਂ ਬਦਕ ਫੰਦਕ ਨੇ ਪਾਣੀ ਵਿੱਚ ਜਾਲ ਜੀਵਾਂ ਨੂੰ ਫਸਾਉਣ ਲਈ ਤੰਦਾਂ ਤਾਗਿਆਂ ਦੀ ਬਣਾਈ ਹੋਈ ਫਾਂਸੀ ਪਾਈ, ਜਾਂ ਮੱਛੀ ਪਾਣੀ ਨਾਲੋਂ ਵਿਛੜ ਕੇ ਨੈਣ ਅੱਖਾਂ ਭਰ ਕੇ ਰੁੰਨੀ ਰੋਣ ਲੱਗ ਪਈ, ਇਸੇ ਪ੍ਰਕਾਰ ਜਦੋਂ ਜਮਦੂਤ ਰੂਪ ਬਦਕ ਫੰਦਕਾਂ ਨੇ ਕਰਮਾਂ ਅਨੁਸਾਰ ਜਾਲ ਪਾਇਆ ਤਾਂ ਜਿੰਦ ਰੂਪੀ ਮੱਛੀ ਸੂਖਮ ਸਤੂਲ ਦੇਹ ਪਦਾਰਥਾਂ ਰੂਪੀ ਪਾਣੀ ਤੋਂ ਵਿਛੜ ਕੇ ਨੈਣ ਅੱਖਾਂ ਭਰ ਭਰ ਕੇ ਰੁਦਨ ਕਰਦੀ ਹੈ। ਸੰਸਾਰ ਮਾਇਆ ਮੋਹ ਮੀਠਾ ਅੰਤ ਭਰਮ ਚੁਕਾਇਆ। ਹੇ ਜੀਵ, ਤੈਨੂੰ ਸੰਸਾਰ ਜਗਤ ਵਿੱਚ ਮਾਇਆ ਦਾ ਮੋਹ ਸਨੇਹ ਮੀਠਾ ਪਿਆਰਾ ਪ੍ਰਤੀਤ ਹੁੰਦਾ ਹੈ, ਪਰੰਤੂ ਜਦੋਂ ਅੰਤ ਅਖੀਰ ਦਾ ਸਮਾਂ ਆਉਂਦਾ ਹੈ ਤਾਂ ਜੋ ਮਾਇਆ ਦੇ ਝੂਠੇ ਪਦਾਰਥਾਂ ਵਿੱਚ ਸਨੇਹ ਹੋ ਰਿਹਾ ਸੀ, ਉਹ ਭਰਮ ਭੁਲੇਖਾ ਚੁੱਕਿਆ ਜਾਂਦਾ ਹੈ। ਭਗਤ ਕਰ ਚਿਤ ਲਾਇ ਹਰਸਿਓ ਛੋੜ ਮਨੋ ਅੰਦੇਸਿਆ। ਹੇ ਵਾਹਿਗੁਰੂ, ਹੇ ਜੀਵ, ਵਾਹਿਗੁਰੂ ਨਾਲ ਚਿੱਤ ਹਿਰਦੇ ਨੂੰ ਲਾ ਕੇ ਪ੍ਰੇਮਾ ਭਗਤੀ ਕਰ ਅਤੇ ਮਨੋ ਹਿਰਦੇ ਵਿੱਚੋਂ ਅੰਦੇਸਿਆ ਸੰਸਿਆ ਪ੍ਰਮਾਣਗਤ ਪ੍ਰਮੇਗਤ ਵਿਪਰਜੈ ਬੁੱਧੀ ਨੂੰ ਛੋੜ ਤਿਆਗ ਦੇਣਾ ਕਰ। ਸੱਚ ਕਹਿ ਨਾਨਕ ਚੇਤ ਰੇ ਮਨ ਜੀਅੜਿਆ ਪਰਦੇਸੀਆ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸੱਚਾ ਉਪਦੇਸ਼ ਕਹਿ ਕੇ ਕਥਨ ਕਰਦੇ ਹਨ ਕਿ ਹੇ ਜੀਅੜਿਆ ਜੀਵ, ਸੰਸਾਰ ਰੂਪੀ ਪਰਦੇਸੀਆ, ਪਰਾਏ ਦੇਸ਼ ਵਿੱਚ ਰਹਿਣ ਵਾਲੇ, ਆਪਣੇ ਮਨ ਹਿਰਦੇ ਵਿੱਚ ਵਾਹਿਗੁਰੂ ਨਾਮ ਨੂੰ ਚੇਤੇ ਕਰ। ਸਤਿਗੁਰੂ ਜੀ ਸ਼ੰਤ ਦੀ ਚੌਥੀ ਪੌੜੀ ਵਿੱਚ ਉਚਾਰਨ ਕਰਦੇ ਹਨ ਕਿ ਨਦੀਆਂ ਵਿੱਚੋਂ ਇੱਕ ਨਾਲਾ ਵਿਛੜਿਆ ਹੋਇਆ ਸੀ। ਉਸ ਨਾਲੇ ਨੂੰ ਬੰਨ੍ਹ ਕੇ ਕਿਸਾਨ ਲੋਕ ਆਪਣੇ ਖੇਤਾਂ ਵਿੱਚ ਫਸਲ ਨੂੰ ਸਿੰਜਣ ਲਈ ਲੈ ਕੇ ਜਾ ਰਹੇ ਸਨ। ਜੋ ਆਪਣੇ ਖੇਤਾਂ ਨੂੰ ਸਿੰਜ ਕੇ ਨਾਲੇ ਦੇ ਪਾਣੀ ਨੂੰ ਸੁਕਾਈ ਜਾਂਦੇ ਸਨ, ਉਸ ਨੂੰ ਵੇਖ ਕੇ ਸਤਿਗੁਰੂ ਜੀ ਜੀਵ ਤਾਈਂ ਉਪਦੇਸ਼ ਦਿੰਦੇ ਹਨ। ਨਦੀਆ ਵਾਹ ਵਿਚੁੰਨਿਆ ਮੇਲਾ ਸੰਜੋਗੀ ਰਾਮ। ਸਤਿਗੁਰੂ ਉਪਦੇਸ਼ ਦਿੰਦੇ, ਜਿਵੇਂ ਨਦੀਆਂ ਨਾਲੋਂ ਵਾਹ ਹੁੰਦਾ ਨਾਲਾ ਵਿਚੁੰਨਿਆ ਵਿਛੜ ਜਾਂਦਾ ਹੈ, ਅਰਥਾਤ ਜ਼ਿਮੀਂਦਾਰ ਆਪਣੇ ਖੇਤਾਂ ਨੂੰ ਸਿੰਜਣ ਲਈ ਬੰਨ੍ਹ ਕੇ ਲੈ ਜਾਂਦੇ ਹਨ ਅਤੇ ਆਪਣੇ ਖੇਤਾਂ ਵਿੱਚ ਸਿੰਜਣ ਕਰਕੇ ਸੁਕਾ ਦਿੰਦੇ ਹਨ। ਵਿਛੜੇ ਹੋਏ ਨੂੰ ਰਾਮ ਪਰਮੇਸ਼ਰ ਦੇ ਸੰਜੋਗੀ ਇਤਫਾਕ ਨਾਲ ਬੱਦਲ ਵਰਸਣ ਲੱਗ ਜਾਣ ਤਾਂ ਜ਼ਿਮੀਂਦਾਰਾਂ ਨੂੰ ਪਾਣੀ ਦੀ ਲੋੜ ਨਹੀਂ ਰਹਿੰਦੀ, ਤਾਂ ਨਾਲੇ ਦਾ ਮੀਂਹ ਦੇ ਪਾਣੀ ਨਾਲ ਭਰਨ ਕਰਕੇ ਨਦੀਆਂ ਨਾਲ ਮਿਲਾਪ ਹੋ ਜਾਂਦਾ ਹੈ। ਜੁਗ ਜੁਗ ਮੀਠਾ ਵਿਸ ਭਰੇ ਕੋ ਜਾਣੈ ਜੋਗੀ ਰਾਮ। ਪਾਤਸ਼ਾਹ ਫਰਮਾਉਂਦੇ, ਹੈ ਜੀਵ, ਜੁਗਾਂ ਵਿੱਚ ਜੋ ਪਦਾਰਥ ਤੈਨੂੰ ਮੀਠਾ ਪਿਆਰੇ ਲੱਗਦੇ ਹਨ, ਇਹ ਵਿਸ਼ਿਆਂ ਰੂਪੀ ਵਿਸ ਜ਼ਹਿਰ ਦੇ ਭਰੇ ਹੋਏ ਹਨ, ਭਾਵ ਦੁੱਖਾਂ ਦੇ ਭਰੇ ਹੋਏ ਆ। ਇਸ ਭੇਦ ਨੂੰ ਰਾਮ ਪਰਮੇਸ਼ਰ ਨਾਲ ਜੋਗੀ ਜੁੜਿਆ ਕੋਈ ਵਿਰਲਾ ਪੁਰਖ ਹੀ ਜਾਣਦਾ। ਕੋਈ ਸਹਿਜ ਜਾਣੈ ਹਰ ਪਛਾਣੈ ਸਤਿਗੁਰੂ ਜਿਨ ਚੇਤਿਆ। ਜਿਸ ਨੇ ਸਤਿਗੁਰੂ ਸਾਹਿਬ ਦੁਆਰਾ ਵਾਹਿਗੁਰੂ ਨੂੰ ਚੇਤਿਆ ਯਾਦ ਕੀਤਾ ਹੈ, ਉਹ ਕੋਈ ਹੀ ਸਹਿਜ ਗਿਆਨ ਨੂੰ ਜਾਣਦਾ ਹੈ ਅਤੇ ਹਰ ਪਰਮੇਸ਼ਰ ਨੂੰ ਆਪਣਾ ਆਤਮ ਰੂਪ ਕਰਕੇ ਪਛਾਣ ਲੈਂਦਾ ਹੈ। ਬਿਨ ਨਾਮ ਹਰਿ ਕੇ ਭਰਮ ਭੂਲੇ ਪਚਹਿ ਮੁਗਧ ਅਚੇਤਿਆ। ਜੋ ਹਰ ਪਰਮੇਸ਼ਰ ਦੇ ਨਾਮ ਤੋਂ ਬਗੈਰ ਹੋਰਨਾਂ ਭਰਮ ਭੁਲੇਖਿਆਂ ਵਿੱਚ ਭੁੱਲੇ ਫਿਰਦੇ ਹਨ, ਉਹ ਮੁਗਧ ਮੂਰਖ ਅਚੇਤਿਆ ਬੇਸਮਝ ਨਾਮ ਨੂੰ ਵਿਸਾਰਨੇ ਕਰਕੇ ਨਰਕਾਂ ਵਿੱਚ ਹੀ ਸੜਦੇ ਹਨ। ਉਹ ਸਰੀਰ ਕਰਕੇ ਸੇਵਾ ਕਰਨੀ ਭੁੱਲ ਗਏ, ਮਨ ਕਰਕੇ ਚੇਤਨ ਤੋਂ ਅਚੇਤਿਆ ਅਚੇਤ ਤੇ ਬਾਣੀ ਕਰਕੇ ਮੁਗਧ ਬੇਸਮਝ ਹੋ ਗਏ। ਇਉਂ ਮਨ ਬਾਣੀ ਸਰੀਰ ਕਰਕੇ ਮੂਰਖ ਪਚਹਿ ਸੜਦੇ ਰਹਿੰਦੇ ਹਨ। ਹਰ ਨਾਮ ਭਗਤ ਨ ਹਿਰਦੈ ਸਾਚਾ, ਸੇ ਅੰਤ ਧਾਹੀ ਰੁੰਨਿਆ। ਜਿਸ ਨੇ ਬਾਣੀ ਕਰਕੇ ਹਰ ਪਰਮੇਸ਼ਰ ਦਾ ਨਾਮ ਨਹੀਂ ਨਾ ਜਪਿਆ, ਸਰੀਰ ਕਰਕੇ ਭਗਤ ਦੇ ਤੱਤੇ ਨੂੰ ਸਿਹਾਰੀ ਭਾਵ ਭਗਤੀ ਨਹੀਂ ਕੀਤੀ ਅਤੇ ਹਿਰਦੇ ਵਿੱਚ ਸੱਚੇ ਪਰਮੇਸ਼ਰ ਦਾ ਗਿਆਨ ਨਹੀਂ ਹੈ, ਉਹ ਅੰਤ ਅਖੀਰ ਨੂੰ ਪ੍ਰਾਣਾਂ ਦੇ ਵਿਜੋਗ ਕਾਲ ਵਿੱਚ ਧਾਹਾਂ ਮਾਰ ਕੇ ਰੁੰਨਿਆ ਰੋਂਦਾ ਹੈ।
ਸੱਚ ਕਹੈ ਨਾਨਕ ਸ਼ਬਦ ਸਾਚੈ, ਮੇਲ ਚਿਰੀ ਵਿਚੁੰਨਿਆ। ਸਤਿਗੁਰੂ ਸਾਹਿਬ ਜੀ ਕਹਿ ਤੋਂ ਭਾਵ ਕਥਨ ਕਰਦੇ ਹਨ ਕਿ ਜੇਕਰ ਜੀਵ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਅੰਮ੍ਰਿਤ ਨਾਮ ਨਾਲ ਜੁੜ ਜਾਵੇ ਤਾਂ ਚਿਰੀ ਚਿਰਾਂ ਦੇ ਵਿਛੁੰਨਿਆਂ ਵਿਛੜੇ ਦਾ ਵਾਹਿਗੁਰੂ ਨਾਲ ਮੇਲ ਮਿਲਾਪ ਹੋ ਸਕਦਾ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।